Hello everyone, I am back with another video which is on the topic moral development. सिद्धांतक विकास की ਹੁੰਦਾ ਹੈ ਪਿਆਜੇ ਐਂਡ ਕੋਲਬਰਗ ਵਿਊਜ਼ ਔਨ ਮੋਰਲ ਡਿਵੈਲਪਮੈਂਟ ਕਹਿੰਦੇ ਪਿਆਜੇ ਐਂਡ ਕੋਲਬਰਗ ਨੇ ਜਿਹੜੇ ਸਾਈਕੋਲੋਜਿਸਟ ਨੇ ਉਹਨਾਂ ਨੇ ਮੋਰਲ ਡਿਵੈਲਪਮੈਂਟ ਤੇ ਕੁਝ ਆਪਣੇ ਵਿਊਜ਼ ਦਿੱਤੇ ਨੇ ਤਾਂ ਉਹ ਕਿਹੜੇ ਨੇ ਆਪਾਂ ਪੜ੍ਹਦੇ ਹਾਂ ਕੰਸੀਡਰ ਪਿਆਜੇ's theory of moral development explain for moral Piaget's moral development occurs in two distinct stages. Piaget's theory is that young children believe that rules are dictated by either their parents or by God. ਹੁਣ ਪਿਆਜੇ ਥਿਊਰੀ ਕੀ ਕਹਿੰਦੀ ਹੈ ਕਹਿੰਦੇ ਦੋ ਡਿਸਟਿੰਕਟ ਸਟੇजेस ਦੇ ਵਿੱਚ ਇਹ ਡਿਵਾਈਡ ਕੀਤੀ ਗਈ ਹੈ ਪਿਆਜੇ ਦੇ ਅਕੋਰਡਿੰਗ ਯੰਗ ਚਿਲਡਰਨ ਕੀ ਸੋਚਦੇ ਹੈ ਕਿ ਜਿਹੜੇ ਰੂਲਸ ਡਿਕਟੇਟ ਕੀਤੇ ਗਏ ਹੈ ਜਾਂ ਤਾਂ ਪੇਰੈਂਟਸ ਵੱਲੋਂ ਲਾਈਫ ਦੇ ਵਿੱਚ ਵਿਚਰਨ ਵਾਸਤੇ ਜਾਂ ਤਾਂ ਪੇਰੈਂਟਸ ਸਿਖਾਉਂਦੇ ਨੇ ਕਿ ਉਹ ਫੈਮਿਲੀ ਸਭ ਤੋਂ ਪਹਿਲਾਂ ਪ੍ਰਾਇਮਰੀ ਰੋਲ ਹੈ ਠੀਕ ਹੈ ਡਿਵੈਲਪਮੈਂਟ ਦਾ ਸੈਕੰਡ ਵਨ ਇਜ਼ ਕਿ ਗॉड ਵੀ ਜਿਵੇਂ ਆਪਾਂ ਨੂੰ ਰਿਲੀਜੀਅਸਲੀ ਆਪਾਂ ਨੂੰ ਵੈਲਿਊ ਸਿਖਾਈਆਂ ਜਾਂਦੀਆਂ ਕਿ ਹਾਂ ਰੱਬ ਦੇਖ ਰਿਹਾ ਆਪਾਂ ਨੂੰ ਗੁੱਡ ਔਰ ਬੈਡ ਦੇ ਵਿੱਚ ਡਿਫਰੈਂਸ ਕਰਨਾ ਆ ਜਾਂਦਾ ਹੈ ਯੰਗ ਚਿਲਡਰਨ ਬੇਸ देयर ਮੋਰਲ ਜਜਮੈਂਟ ਔਨ ਕਨਸੀਕੁਐਂਸਿਸ ਰੈਦਰ ਦੈਨ ਇੰਟੈਂਸ਼ਨਸ ਕਹਿੰਦੇ ਉਹਦਾ ਪਿਆਜੇ ਦਾ ਕਹਿਣਾ ਕਿ ਜਿਹੜੇ ਯੰਗ ਚਿਲਡਰਨ ਹੈ ਉਹ ਆਪਣੀ ਮੋਰਲ ਜਜਮੈਂਟ ਫਿਰ ਕਰਦੇ ਕਿਵੇਂ ਨੇ ਹੁਣ ਜੱਜ ਕਿਵੇਂ ਕਰਦੇ ਨੇ ਉਹ ਹਾਲਾਤ ਦੇ ਅਕੋਰਡਿੰਗਲੀ ਨਾ ਕਿ ਇੰਟੈਂਸ਼ਨ ਕਿ ਜਿਹਦੀ ਇੰਟੈਂਸ਼ਨ ਕੀ ਹੈ ਉਹਨਾਂ ਦੇ ਜੇ ਪ੍ਰਤੀ ਕੀ ਇੰਟੈਂਸ਼ਨ ਹੈ ਇਹ ਛੱਡ ਕੇ ਹਾਲਾਤ ਦੇ ਅਕੋਰਡਿੰਗਲੀ ਵਿਚਰਦੇ ਨੇ ਕਲੈਰੀਫਾਈ ਦੈਟ ਫॉर ਪਿਆਜੇ ਦਿਸ ਵੇ ਆਫ ਥਿੰਕਿੰਗ ਅਬਾਊਟ ਮੋਰਲਿਟੀ ਚੇਂजेस ਫਰਮ ਚਿਲਡਰਨ ਅਰਾਊਂਡ ਏਜ 10 ਕਹਿੰਦੇ ਆ ਏਜ 10 ਦੇ ਵਿੱਚ ਹੁਣ ਏਜ ਦੇ ਅਕੋਰਡਿੰਗਲੀ ਵੀ ਡੀਪ ਦੱਸੇ ਨੇ ਸਟੇजेस ਦਿੱਤੀਆਂ ਨੇ ਕਿ 10 ਏਜ 10 ਤੱਕ ਉਹਦੀ ਮੋਰਲਿਟੀ ਚੇਂਜ ਹੋਣੀ ਸ਼ੁਰੂ ਹੋ ਜਾਂਦੀ ਹੈ ਬੱਚੇ ਦੀ ਵੈਨ ਦੇ ਸਟਾਰਟ ਪਿਆਜੇ this way of thinking about morals are based on their own judgment and intention ਇਹ ਹੁਣ ਮੈਂ ਪਹਿਲਾਂ ਹੀ ਦੱਸ ਚੁੱਕੀ ਹਾਂ ਕਿ judgment and intention ਦੇ ਅਕੋਰਡਿੰਗਲੀ ਹੀ thinking ਜਜ ਕਰ ਡਿਪੈਂਡ ਕਰਦੀ ਹੈ ਫਸਟ ਸਟੇਜ ਇਹ ਕਿਹੜੀ ਹੈ ਸਟੇਜ 1 ਅਪ ਟੂ ਏਜ 7 morality imposed from without ਕਹਿੰਦੇ ਕੀ ਹੈ ਕਿਸੇ ਦੀ ਵਿਦਾਊਟ ਹੀ ਹੈਲਪ ਨਾਲ ਫ੍ਰੀडमली ਠੀਕ ਹੈ ਕੁਝ ਜੋ ਮੋਰਲਿਟੀ ਬਣਾ ਕੇ ਇਹਨੂੰ ਨਕਲ ਕਰੀ ਸ਼ੁਰੂ ਕਰ ਦੇਣਾ ਹੈ ਆਬਵੀਅਸਲੀ ਪੇਰੈਂਟਸ ਹੀ ਨਕਲ ਕਰੂਗਾ ਠੀਕ ਹੈ ਸਟੇਜ 2 ਵਿੱਚ ਏਜ 7 ਔਨ ਮੋਰਲਿਟੀ ਹੁਣ ਏਜ 7 ਤੋਂ ਬਾਅਦ ਇਹ ਤਾਂ ਅਪ ਟੂ ਏਜ 7 ਤੱਕ ਉਸ ਤੋਂ ਬਾਅਦ ਦੀ ਗੱਲ ਆ ਗਈ ਡਿਵੈਲਪ ਫਰਮ ਵਿਦਾਊਟ ਐਜ਼ ਅ ਰਿਜ਼ਲਟ ਸੋਸ਼ਲ ਕੰਟਰੈਕਟ ਕਹਿੰਦੇ ਕੀ ਕਹਿੰਦੇ ਸੋਸ਼ਲ ਕੰਟਰੈਕਟ ਤੋਂ ਬਿਨਾਂ ਮਤਲਬ ਕਿ ਆਪਣੀ ਓਨ ਹਾਲਾਤ ਦੇ ਅਕੋਰਡਿੰਗਲੀ ਜਜਮੈਂਟ ਲੈਣੀ ਸ਼ੁਰੂ ਕਰ ਦੇ ਕਿ ਏਜ 10 ਆ ਚੁੱਕੀ ਹੈ ਨਾ ਨੈਕਸਟ Piaget's and Kohlberg stages of moral development ਹੁਣ ਅੱਗੇ ਇਹ ਤਾਂ ਸਟੇजेस ਦੱਸੀ ਉਹ ਵਿਊਜ਼ ਸੀ ਕਹਿੰਦੇ ਨੇ ਕਿ ਸਟੇजेस ਆਪਾਂ ਦੱਸੇ ਦਵਾਂਗੇ Piaget ਦਾ ਪੜ੍ਹ ਲਈ ਆਪਾਂ ਉਹ Kohlberg ਦੇ ਪੜ੍ਹਾਂਗੇ that rules are not absolute ਕਹਿੰਦੇ ਉਹ ਸਹੀ ਨਹੀਂ ਸੀਗੇ ਬਟ ਜਿਹੜਾ ਰੂਲਸ ਤੇ ਬਟ ਆਰ ਵੇਜ਼ ਫॉर ਹਿਊਮਨ ਟੂ ਕੋਆਪਰੇਟ ਐਂਡ ਗੈਟ ਅਲੋਂਗ ਕਹਿੰਦੇ ਆ ਜਿਹੜੇ ਰੂਲ ਦਿੱਤੇ ਨੇ ਠੀਕ ਹੈ ਇਹਨਾਂ ਨੇ ਦੋਨਾਂ ਨੇ ਤਾਂ ਕਹਿੰਦੇ ਇੱਕ ਤਰੀਕੇ ਨਾਲ ਇਹ ਸਹੀ ਤਾਂ ਨਹੀਂ ਕਹਿ ਸਕਦੇ ਬਟ ਕੋਆਪਰੇਟ ਕਰਨ ਵਾਸਤੇ ਤੇ ਗੈਟ ਅਲੋਂਗ ਵਾਸਤੇ ਹਿਊਮਨ ਦੇ ਵੀ ਕਾਫੀ ਹੱਦ ਤੱਕ ਸਹੀ ਨੇ ਲੁੱਕ ਐਟ ਕੋਲਬਰਗਸ ਥਿਊਰੀ ਆਫ ਮੋਰਲ ਡਿਵੈਲਪਮੈਂਟ ਕਹਿੰਦੇ ਮੋਰਲ ਡਿਵੈਲਪਮੈਂਟ ਕੋਲਬਰਗ ਨੇ ਜਿਹੜੀ ਕੀਤੀ ਸੀ ਨੋਟਿਸ ਦੈਟ Kohlberg believed that children struggle over time with issues connecting to morality such as individual rights, relationships, social order and universality. ਕਹਿੰਦੇ ਕੋਲਬਰਗ ਨੇ ਕੀ ਵੀ ਕਰਦਾ ਕਿ ਚਿਲਡਰਨ ਸਟਰਗਲ ਕਿਸ ਚੀਜ਼ ਤੇ ਡਿਪੈਂਡ ਕਰਦਾ ਇਸ਼ੂਜ਼ ਤੇ ਜਾਂ ਟਾਈਮ ਤੇ ਵੀ ਟਾਈਮ ਦੇ ਅਕੋਰਡਿੰਗ ਚੇਂਜ ਹੁੰਦਾ ਰਹਿੰਦਾ ਇਸ਼ੂਜ਼ ਕਨੈਕਟਿਵ ਮੋਰੈਲਿਟੀ ਉਹਦੇ ਸਿਧਾਂਤਕ ਵਿਕਾਸ ਜਿਹੜੀਆਂ ਅੱਗੇ ਦੂਸਰੇ ਇੰਡੀਵਿਜੂਅਲ ਰਾਈਟਸ ਕਿ ਆਪਣੇ ਰਾਈਟਸ ਆਪਾਂ ਰਾਈਟਸ ਬਾਰੇ ਆਪਣੇ ਕੈਰੀਅਰ ਬਾਰੇ ਸੋਚਣਾ ਸ਼ੁਰੂ ਕਰ ਦਿੰਦਾ ਰਿਲੇਸ਼ਨਸ਼ਿਪਸ ਬਾਰੇ ਸੋਸ਼ਲ ਆਰਡਰ ਐਂਡ ਯੂਨਿਕ ਜਿਵੇਂ ਹੁਣ ਅੱਗੇ ਮੈਰਿਜ ਆ ਗਈ ਠੀਕ ਹੈ ਕੈਰੀਅਰ ਤੋਂ ਬਾਅਦ ਐਂਡ ਅਗੇਨ ਮੈਰਿਜ social order and universality. Note that Kohlberg's theory offers more details and deeper understanding of human development of morality than Piaget. ਹੁਣ ਕਹਿੰਦੇ ਇਹਨਾਂ ਅਗਰ ਕਦੇ ਵੀ ਕੁਐਸਚਨ ਆ ਜਾਏ ਕਿ ਪਿਆਜੇ ਤੇ ਕੋਲਬਰਗ ਵਿੱਚੋਂ ਮੋਰਲ ਜਜਮੈਂਟ ਤੇ ਸਭ ਤੋਂ ਕਰੈਕਟਲੀ ਕਿਹਨੂੰ ਡਿਫਾਈਨ ਕੀਤਾ ਸੀਗਾ ਮੈਂ ਬੈਨੀਫੀਸ਼ੀਅਲ ਕਿ ਡੀਪਰ ਅੰਡਰਸਟੈਂਡਿੰਗ ਕਿਸ ਤੋਂ ਪਤਾ ਲੱਗ ਗਿਆ ਆਪਾਂ ਨੂੰ ਹਿਊਮਨ ਡਿਵੈਲਪਮੈਂਟ ਦੀ ਤਾਂ ਆਨਸਰ ਇਜ਼ ਕੋਲਬਰਗ ਬਿਕੋਜ਼ ਪਿਆਜੇ ਸਿਰਫ 2 ਸਟੇजेस ਤੱਕ ਹੀ ਲਿਮਿਟ ਦਿੱਤੀ ਸੀ ਬਟ ਇਸ ਦੀ ਹੀ ਹੈ ਆਫਟਰ 10 years मतलब लाइफ स्पैन तक उन्हें दसिया कि पूरी जिंदगी सीखता है नेक्स्ट कंपेयर द वर्क हम कंपेयर कर दिया कोलबर्ग एंड पियाजे as stage theorist Piaget was the first psychologist to postulate a stage theory of cognitive development most important हम पहला पढ़े हुए आप 4 stages पढ़ चुके थे Piaget की cognitive development की किसी के sensory motor concrete pre-operational and formal और Piaget children develop intellectually in a hierarchical manner ਹੁਣ इंटलैक्चुअल मतलब सब कुछ एक कली ब्रेन ही मैंटल फिजिकल सोशल ये चीज़ां सारियां
ਡਿਪੈਂਡ ਕਰਦੀਆਂ ਨੇ ਚਿਲਡਰਨ ਦੇ ਡਿਵੈਲਪਮੈਂਟ ਵਾਸਤੇ ਬਹੁਤ ਜ਼ਰੂਰੀ ਨੇ। ਹਾਇਰਾਰਕੀਕਲ ਮੈਨਰ ਮਤਲਬ ਕਿ ਟ੍ਰੀ ਲਾਈਕ ਸਟਰਕਚਰ, ਬॉटम ਟੂ ਟॉप ਅਪਰੋਚ। then in 4 specific stages ranging from infancy to adolescence, ਆਪਾਂ ਕਰ ਚੁੱਕੇ ਹਾਂ ਕਿ infancy to adolescence। then contrast this होने तो उल्ट कोलबर्ग ने की थी 5 stages of moral development। मेरे क्वेश्चन आता है कि how many stages given by कोलबर्ग for moral development, ਤਾਂ एक किन्ने सीगा 5 total। there are also hierarchical, these are also hierarchical but unlike Piaget do not specify age ranges। ਕਹਿੰਦੇ ਇਹ ਵੀ hierarchical ਨੇ, ਇਹ ਵੀ ਟ੍ਰੀ ਲਾਈਕ ਸਟਰਕਚਰ ਹੈ ਬਟ ਇਹਨਾਂ ਦਾ, ਲੇਕਿਨ ਇਹ ਕਿਵੇਂ ਇਹਨਾਂ ਦਾ ਪਿਆਜੇ ਤੋਂ ਲੱਗਾ ਕਿ ਏਜ ਤੱਕ ਕੋਈ ਲਿਮਿਟ ਨਹੀਂ ਹੁੰਦਾ, ਏਜ ਰੇਂਜ ਨਹੀਂ ਦੱਸੀਆਂ ਗਈਆਂ ਉਹਦੇ ਵਿੱਚ ਕਿ ਇੰਨੀ ਏਜ ਤੋਂ ਲੈ ਕੇ ਤਾਂ ਚੇਂਜਸ ਆਉਣਗੇ ਬੱਚੇ ਦੀ ਮੋਰਲ ਡਿਵੈਲਪਮੈਂਟ ਵਿੱਚ। ਨੋਟ ਦੈਟ ਕੋਲਬਰਗ ਸਟੇਜਸ ਆਲਸੋ ਅਲਾਉ ਫॉर ਡਿਵੈਲਪਮੈਂਟ ਆਫ ਮੋਰੈਲਿਟੀ ਥਰੂ ਆਊਟ ਦ ਲਾਈਫ ਸਪੈਨ। ਕਹਿੰਦੇ ਹਾਂ ਹੁਣ ਇਹਨੇ ਕੀ ਦੱਸਿਆ, ਤਾਂ ਹੁਣ ਪਤਾ ਲੱਗਿਆ ਆਪਾਂ ਪਿੱਛੇ ਪੜ੍ਹ ਕੇ ਨਹੀਂ ਸੀ ਕਿ ਅਗਰ ਡੀਪਰ ਅੰਡਰਸਟੈਂਡਿੰਗ ਹਿਊਮਨ ਡਿਵੈਲਪਮੈਂਟ ਦੀ ਕਿਉਂ ਦਿੰਦਾ ਕੋਲਬਰਗ, ਕਿਵੇਂ ਬੈਨੀਫੀਸ਼ੀਅਲ ਹੈ की थ्योरी, क्योंकि वो थ्रू आउट लाइफ स्पैन सारी जिंदगी चलती है बट वो एक दो स्टेज तक सीमित नहीं है। फॉर स्टेजेस कोलबर्ग स्टेज ऑफ मॉरल डेवलपमेंट स्टेम फ्रॉम सोशलाइजेशन, तो समाज के विच के पता लगता है बट वो समाज है नहीं बच्चा, तो उनके मतलब वो हालात के अकॉर्डिंग चलना जरूरी होगा। इंटेंशन से देखूगा कि किवें हुण सोसाइटी में इंटेंशन सब कुछ ध्यान में रख के आपां फैसले लवांगे, डिसीजनस लवांगे, ठीक है। दैट इज इंटरैक्शन विद पेरेंट्स टीचर्स एंड पीयर्स। हुण पहला पेरेंट्स टीच करें, पेरेंट्स का रोल सी हुण इत्थे टीचर्स भी आ गए कि बाद जाऊगा सोसाइटी विच, पीयर्स दोस्त आ गए, फ्रेंड्स कंपनी, लीड टू इंडिविजुअल्स अंडरस्टैंडिंग कि हाँ कि मैं की सही है। हुण एडोलसेंस एज आ गई जिवें बच्चे दी, हाँ जिवें हुण स्कूल्स की गल कर रहे, पीयर्स आ गए, तो ਉਹਦੇ ਵਿੱਚ ਆਪਾਂ ਨੂੰ ਕਈ ਅੱਛੇ ਦੋਸਤ ਮਿਲਣਗੇ, ਬੈਡ ਕੰਪਨੀਜ਼ ਵੀ ਹੋਣਗੇ ਜਿਹੜੇ ਆਪਾਂ ਨੂੰ ਆਪਣੇ ਗੋਲ ਤੋਂ ਡਿਸਟਰੈਕਟ ਕਰਨਗੇ। ਤਾਂ ਆਪਾਂ ਨੂੰ ਅੰਡਰਸਟੈਂਡਿੰਗ ਹੋ ਜਾਏਗੀ ਕਿ ਆਪਾਂ ਕਿਹੜੇ ਪਾਸੇ ਜਾਣਾ ਹੈ, ਵਾਟ ਇਜ਼ ਮੋਰਲੀ ਰਾਈਟ ਔਰ ਰੋਂਗ। ਹੁਣ ਕਨਸੈਪਟ ਆਫ ਚਾਈਲਡ ਡਿਵੈਲਪਮੈਂਟ ਐਂਡ ਪ੍ਰੋਗਰੈਸਿਵ ਐਜੂਕੇਸ਼ਨ, ਕਹਿੰਦੇ ਹੁਣ ਚਾਈਲਡ ਡਿਵੈਲਪਮੈਂਟ ਦਾ ਪ੍ਰੋਗਰੈਸਿਵ ਐਜੂਕੇਸ਼ਨ ਦੇ ਵਿੱਚ ਕੀ ਕਨਸੈਪਟ ਕੀ ਰੋਲ ਹੈ, ਕੀ ਹਾਂ ਪ੍ਰੋਗਰੈਸਿਵ ਐਜੂਕੇਸ਼ਨ ਦੇ ਵਿੱਚ ਕੀ ਕਨਸੈਪਟ ਤੇ ਚਾਈਲਡ ਡਿਵੈਲਪਮੈਂਟ ਦਾ। ਐਜ਼ ਅ ਪਬਲਿਕ ਇੰਕਰੀਜ਼ਿੰਗਲੀ ਵਿਊਜ਼ ਚਿਲਡਰਨ ਐਜ਼ ਪਰਸਨ, ਕਹਿੰਦੇ ਪਬਲਿਕ ਆਪਾਂ ਲੋ ਕਹਿੰਦੇ ਆਪਾਂ ਕਾਫੀ ਵਿਊਜ਼ ਬਦਲੇ ਜਾ ਰਹੇ हैं कि पर्सन विद राइट्स एजुकेटर्स आर इंप्लीमेंटिंग मोर चाइल्ड सेंटर्ड अप्रोचेस। कहते अपन चाहिए कि है मेन जो लोड़ है अजकल के समय में वो है चाइल्ड सेंटर्ड अप्रोच, कि टीचर अपने अकॉर्डिंगली ना पढ़ाए, जो चिल्ड्रन के नीड्स ने जिसके अकॉर्डिंगली उसके लेवल पर जाके पढ़ाया जाए। फिट स्टडीज डिस्कशन नाइसली द टॉपिक ऑफ चाइल्ड सेंटर्ड। नेक्स्ट कोलबर्ग 6 स्टेजेस ऑफ मोरालिटी, कहते 6 स्टेजेस के मोरालिटी दी। प्री ऑपरेशनल लैवल, फर्स्ट वन इज प्री ऑपरेशनल, तो केड़ियां सी पहली प्री कन्वेंशनल। स्टेज 1 गुड रिजल्ट्स इन प्रेज, हुण जिहड़ा वर्ड गुड है ना हुण मतलब सी राइट और रॉन्ग पता लग जाएगा, मतलब हुण गुड वाल जाऊगा रदर देन बचूगा रॉन्ग होण तो, ठीक है। तो गुड रिजल्ट्स इन प्रेज कहते कि है उन्होंने तारीफा मिलणगियां गुड, हुण क्योंकि हाँ एग्रीमेंट की अथॉरिटी हुण जॉब विच कैरियर की गल आ गई, अथॉरिटीज की गल आ गई, तो कैरियर चूज किया और ਉਹਦੇ ਵਿੱਚ ਉਹਨੂੰ प्रेज मिलण लग गई और एग्रीमेंट मतलब अगे प्रमोशनस ਉਹਨੂੰ ਕਾਫੀ सोसाइटी ਵਿੱਚ ਅਪਣਾਉਣ ਲੱਗ ਗਏ, मतलब ਉਹਨੂੰ ਆਫਿਸ ਵਿੱਚ ਵੀ ਐਪਰੀਸ਼ੀਏਟ ਕੀਤਾ ਜਾਣ ਲੱਗਾ। ਸਟੇਜ 2 ਗੁੱਡ ਇਜ਼ ਬਟ ਸੈਟੀਸਫਾਈ ਅ ਨੀਡ, ਹੁਣ ਗੁੱਡ ਹੋਇਆ ਉਹ ਕੀ ਹੋਰ ਮਿਹਨਤ ਕਰੂਗਾ ਵੀ ਐਪਰੀਸ਼ੀਏਸ਼ਨ ਮਿਲ ਰਹੀ ਹੈ ਉਹਦੀ ਲੋੜ ਨੂੰ ਪੂਰਾ ਸੈਟੀਸਫਾਈ ਕਰਨਾ ਕਿ ਹਾਂ ਆਪਣੇ ਆਪ ਨੂੰ ਖੁਸ਼ੀ ਮਿਲਦੀ ਹੈ ਜੀ ਕਿ ਹਾਂ ਮੈਂ ਸਹੀ ਕੰਮ ਕਰ ਰਿਹਾ, ਮੈਨੂੰ ਐਪਰੀਸ਼ੀਏਸ਼ਨ ਮਿਲ ਰਹੀ ਹੈ ਤਾਂ ਮੈਂ ਹੋਰ ਬੈਟਰ ਬਣੂੰਗਾ। ਕਨਵੈਨਸ਼ਨਲ ਲੈਵਲ ਸਟੇਜ 3 ਗੁੱਡ ਰਿਜ਼ਲਟਸ ਇਨ ਬੀਇੰਗ ਲਾਈਕ, कहते गुड रिजल्ट्स है जो बीइंग लाइक्ड मतलब कि पसंद किया जा रहा है, एक गुड रिजल्ट्स होंगे है। स्टेज 4 गुड मतलब गुड के रिजल्ट्स क्या है, गुड इज डूइंग वंस ड्यूटी, हम अपना काम करना शुरू कर दो भी हाँ मैं इसी मेरा राइट पाथ है मैं चलता रहना और अपना काम करता रहना। पोस्ट कन्वेंशनल लेवल हम पोस्ट की गल आ गई स्टेज 5 बाद लास्ट वाली स्टेज कहती है गुड इज राइट फ्रॉम कॉन्सेंशियस, मतलब कि अपनी कॉन्साइंस इनर फीलिंग के थ्रू आती है गुड। स्टेज 6 गुड इज डिटरमाइंड बाय इंडिविजुअल एथिकल प्रिंसिपल्स, भी कल्ले बंदे दे इंडिविजुअल दे प्रिंसिपल वो भी मोरालिटी आ गई, थोड़ी डिसिप्लिन च रहना, पोलाइटनेस आऊगा, पेशेंस आऊगी, ऑनेस्टी ह्यूमैनिटी सारे एथिकल प्रिंसिपल दे विच आ गए, तो डिटरमाइन हो गया कि वो बंदा गुड है, उसी चीज़ नाल क्वालिटीज़ नाल बंदे नूं टैग दे दिंदे कि गुड परसन। हुण कि RTE 2009 हुण आर्टिकल्स पढ़ी पे एजुकेशन पॉलिसीज़ पढ़ियां सी। RTE 2009 Right to Education Act Article 21A which says all children have a right to an education that help them grow and develop to their fullest। कहते
ਕੀ ਕਹਿੰਦਾ ਕਿ ਜਿਹੜੇ ਚਿਲਡਰਨ ਦਾ ਹਰ ਇੱਕ ਰਾਈਟ ਹੁੰਦਾ ਐਜੂਕੇਸ਼ਨ ਦੇ, ਜਿਹੜਾ ਹੈਲਪ ਕਰਦਾ ਹੈ ਆਲ ਰਾਊਂਡ ਡਿਵੈਲਪਮੈਂਟ ਦੇ, ਇਹਦੇ ਜ਼ੋਰ ਦਿੱਤਾ ਗਿਆ ਆਰਟੀ ਐਕਟ ਵਿੱਚ। ਤਾਂ ਕੀ ਹੈ ਫੁੱਲੈਸ ਮਤਲਬ ਕੀ ਹੈ ਉਹਨੂੰ ਉਹੀ ਇਹ ਵੀ ਚਾਈਲਡ ਸੈਂਟਰਡ ਦੀ ਗੱਲ ਕਰ ਰਿਹਾ, ਇੱਕ ਤਰੀਕੇ ਦਾ ਦਿਲ ਕਿਹਾ ਜਾ ਸਕਦਾ। ਤਾਂ ਫਿਰ ਕਦੇ ਵੀ ਕੁਐਸਚਨ ਆਏ ਕਿ ਵਿਚ ਐਕਟ is known as the heart of understanding of child centered education, the answer is RTE Act। ਸਿੱਧਾ ਹੀ ਇਹ ਪਤਾ ਲੱਗ ਰਿਹਾ ਕਿ ਆਲ ਰਾਊਂਡ ਡਿਵੈਲਪਮੈਂਟ ਦੀ ਗੱਲ ਕਰ ਰਿਹਾ, ਕੱਲਾ ਉਹਨੂੰ ਮਤਲਬ ਕਿ ਸਕੂਲ ਤੱਕ ਸੀਮਿਤ ਨਾ ਰਹੇ, ਉਹ ਪੂਰੀ ਜਰਨੀ ਆਪਣੀ ਲਾਈਫ ਦੀ ਜਿਹੜੀ ਹੈ ਉਹ ਸਕਿੱਲਸ ਆ ਜਾਣ ਕਿ ਅੱਗੇ ਜਾ ਕੇ ਕਿਵੇਂ ਲਾਈਫ ਵਿੱਚ ਸਰਵਾਈਵ ਕਰਨਾ ਹੈ। ਨੈਕਸਟ, ਦੇਅਰਫੋਰ ਡੇਲੀ ਇੰਟਰੈਕਸ਼ਨ ਵਿਦ ਚਿਲਡਰਨ ਸ਼ੁੱਡ ਬੀ ਬੇਸਡ ਔਨ ਦ ਫੰਡਾਮੈਂਟਲ ਕੁਐਸਚਨ। ਬਹੁਤ ਵੱਡਾ ਕੁਐਸਚਨ ਹੈ, इंटरेक्शन बहुत जरूरी है। विदाउट कम्युनिकेशन आप एक अच्छा टीचर नहीं पढ़ सकता कोई, एंड एक चिल्ड्रन नाल इंटरेक्शन बहुत जरूरी है टीचर की। तो फंडामेंटल क्वेश्चन, एम आई टीचिंग एंड सपोर्टिंग आवर चिल्ड्रन इन द ग्रोथ एंड डेवलपमेंट अक्रॉस ऑल डोमेन्स किहड़े सोशल, इमोशनल, फिजिकल, लिंगुइस्टिक एंड इंटलैक्चुअल। सोशल के समाजिक और इमोशनल कि हाँ भी किसी को मेरे साथ ठेस नहीं पहुँच रही कि मैं मोटिवेट कर पा रहे। फिजिकली किमें कि और डिवेलपमेंट हो रही कि मैं उन्होंने स्पेस दे पाए कि फिजिकली भी ग्रो कर सकन। लिंगुइस्टिक की लैंग्वेज के अकॉर्डिंगली हाँ कि हूँ बाईलिंगुअल है, हूँ जिवें मैं तो फर्स्ट 3 लैक्चर जो स्टार्टिंग के सिक्स में इंग्लिश पढ़ाया। नैक्सट फिर मैंने लग्या कि नहीं सारे बच्चे इंग्लिश में औखा होगा, तो मैं समझना, इसलिए मैं पंजाबी डिटेल ना हो बाईलिंगुअल। दिस इज कॉल्ड लिंग्विस्टिक, मतलब कि बच्चे के चाइल्ड सेंटर्ड एजुकेशन कि बच्चे किस ते अपने आप को पहले बच्चा बनाना, समझना, बच्चा बना के टीचर को समझना चाहिए कि समझूगा बच्चा, तो उस अकॉर्डिंगली उन्हें इस एक्ट में यही दसा कि ऑलराउंड डेवलपमेंट किवें की। एंड इंटलैक्चुअल अगे एवरी चाइल्ड इज यूनिक एंड स्पैशल इंडिविजुअली, कहते हर एक बच्चा अलग होता है। मैं पहले समझाया इंडिविजुअल डिफरेंस तो है ही है, स्पैशल इंडिविजुअल सब तो बड़ा टास्क है टीचर का, टीचर के लिए, क्योंकि हर एक बच्चा यूनिक होंगे, तो एक कॉम्पलैक्स एक्टिविटी भी है टीचिंग। दैन कॉन्सिक्वेंटली हालात के अकॉर्डिंगली वी हैव टू टीच इंडिविजुअल चिल्ड्रन एंड बी रिस्पैक्टफुल ऑफ एंड अकाउंट फॉर द इंडिविजुअल यूनिकनेस ऑफ एज, जेंडर, कल्चर, टैंपरेंट एंड लर्निंग स्टाइल। कहते हालात के अकॉर्डिंगली कहते अपन की है टीच इंडिविजुअल, कहते कल्ले बच्चे पर रिस्पैक्टफुली मैनर, ये नहीं कि उन्होंने जानते ही गाना करने शुरू करते, नहीं डिसरिस्पैक्टफुल कि हाँ भी तुम रिस्पैक्ट नाल बिठाना बच्चे कि हाँ भी एवरी चिल्ड्रन भी जो यूनीक है, जे अगर किसी बच्चे को थोड़ा स्लो लर्नर है, गिफ्टिड है, हर एक तरह का बच्चा बैठा होंगे क्लास में, तो फिर वही है कि हर एक बच्चे उन्होंने लैवल जाके समझाना कि नहीं तुम भी उन्होंने बराबर कर सकते, अगर मेहनत करो तो रिस्पैक्टफुल मैनर समझाना। अकाउंट फॉर द इंडिविजुअल यूनीकनेस ऑफ एज, कहते कि उन्होंने एज के अकॉर्डिंगली भी समझाना कि वो नहीं एज के अकॉर्डिंगली वड्डियां गल्लां कर जिन्होंने समझ है, ठीक है। जेंडर, कल्चर, टैंपरेंट एंड लर्निंग, टैंपरेंट कहते मैंटल एक्टिविटी, कदों गुस्सा आना, कदों उन्होंने शांत करना है, कि ये जी भी चीज़ें सीखना बहुत जरूरी है। चाइल्ड सेंटर्ड एजुकेशन हैज़ बीन एन इंपॉर्टेंट फाउंडेशन ऑफ अर्ली चाइल्डहुड एजुकेशन सिंस द टाइम ऑफ फॉरबेल। फ्रॉबेल कौन सी का? फ्रॉबेल इज द फर्स्ट पर्सन साइकोलॉजिस्ट जिन्हें किंडरगार्टन की शुरुआत की थी। किंडरगार्टन की है प्री स्कूल से बच्चे भेज देते हैं, प्राइमरी जो स्कूल घर तो बाद बच्चा पैर रखता है बाहर, तो प्री स्कूल के आता, प्री नर्सरी जिन्होंने बोलते हैं, तो किन्हें कैसे वो कहते स्टार्टिंग तो ही अगर आप बच्चे को अर्ली चाइल्डहुड तो ही पढ़ाना शुरू कर दिए, सही तरीके चाइल्ड एंड एजुकेशन देनी शुरू कर दिए, तो बच्चे का विकास सही होगा सही तरीके। नेक्स्ट, ऑल ग्रेट एजुकेटर्स हैव बिलीव्ड इन द बेसिक गुडनेस ऑफ चिल्ड्रन, द टीचर इज टू प्रोवाइड एनवायरमेंटल फॉर दिस गुडनेस टू मैनीफेस्ट इटसेल्फ। कहते सारे ग्रेट जिन्हें एजुकेटर्स होए ने वो बिलीव करते हैं कि जी बेसिक गुडनेस ऑफ चिल्ड्रन है ना बच्चे की, वो कितने डिपेंड करती है टीचर के इन्वायरमेंटल फैक्टर्स के, कि वो किस तरीके ऑफ दिस किस तरह वो नैगेटिव भी पॉजिटिव इन्वायरमेंट्स क्रिएट करते हैं, ये बहुत बड़ा रोल प्ले करते हैं। हर एक एजुकेटर्स के वास्ते एक चैलेंज है। अ सेंट्रल थीम ऑफ किसी लूथर ने सारे साइकोलॉजिस्ट ने पेस्टोलॉजी, फ्रॉबेल, मोंटेसरी एंड डीवी का की सी लर्निंग बाय डूइंग मेथड, सेम सारे चाइल्ड सेंटर एजुकेशन से कोई ना कोई अपने व्यूज दिते ने या वर्क किया है। इज दैट वी मस्ट वर्क एज एजुकेटर्स एज वेल एंड वी मस्ट बी रियली केयर अबाउट दोज who have been called to serve, जिन्हों किसी पढ़ाना है, ठीक है। दिस इंडीड इज द एसेंस ऑफ चाइल्ड सेंटर्ड एजुकेशन। और आ वाला जी आपने पूरी लाइन करवाई है, तो पूरा पैराग्राफ ये पूरे की बारे चलना पौंदा है चाइल्ड सेंटर्ड एजुकेशन बारे। नैक्सट, मीनिंगफुल लर्निंग की होंगी है। मीनिंगफुल लर्निंग मीनस हूँ नाम से पता लग रहा है जिसका मतलब हो कोई भी, ठीक है, निकत हो मीनस दैट वी लिंक व्हाट इज बीइंग लर्न, कि आप की
उस चीज़ का लिंक बना के जाना कि भाई याद की करना, सीखना की है नवा, द टॉपिक और कंटेंट एंड हाउ इट इज़ टॉट टू बी एवरीडे लाइफ्स ऑफ चिल्ड्रन एंड देयर फैमिलीज। कहते किवें वो किदा वो रियल लाइफ ਨਾਲ ਲਿੰਕ ਕਰਕੇ ਆਪਾਂ ਬੱਚਿਆਂ ਨੂੰ ਪੜਾਉਣਾ ਹੈ ਉਸ ਚੀਜ਼ ਦੀ ਫੈਮਿਲੀਜ਼ ਨੂੰ, ਠੀਕ ਹੈ, ਤਾਂ ਕਿ ਬਚਾਇਆ ਜਾਵੇ। ਐਜ਼ ਵੀ ਆਲ ਨੋ ਟੀਚਿੰਗ ਇਜ਼ ਅ ਕੰਪਲੈਕਸ ਐਕਟੀਵਿਟੀ, ਪਹਿਲਾਂ ਹੀ ਦੱਸਿਆ, ਕਿਉਂਕਿ ਇੰਡੀਵਿਜੂਅਲ ਡਿਫਰੈਂਸਿਸ ਹੁੰਦੇ ਨੇ, ਬੱਚੇ ਸਮਝਣਾ ਬਹੁਤ ਵੱਡੀ ਟਾਸਕ ਹੈ ਟੀਚਰ ਵਾਸਤੇ। ਤਾਂ above all no one can make a children will learn when they are motivated to learn। ਕਹਿੰਦੇ ਹੁਣ ਸਭ ਤੋਂ ਵੱਡੀ ਟਾਸਕ ਤਾਂ ਬੈਰੀਅਰ ਵੀ ਕਹਿ ਸਕਦੇ ਇੱਕ ਤਰੀਕੇ ਨਾਲ ਟੀਚਰ ਸਾਹਮਣੇ ਇਹ ਆ ਜਾਂਦਾ ਕਿ ਹਰੇਕ ਬੱਚਾ ਮੋਟੀਵੇਟ ਨਹੀਂ ਹੋ ਪਾਉਂਦਾ ਸਿੱਖਣ ਵਾਸਤੇ। ਤੁਹਾਨੂੰ ਕਿੱਦਾਂ ਮੋਟੀਵੇਟ ਕਰਨਾ ਇਸ ਟੀਚਰ ਦੀ ਇਸ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ। ਦੇ ਵੀ ਲਰਨ ਵੈਨ ਗਿਵਨ ਓਪਰਚੁਨਿਟੀਜ਼ ਟੂ ਲਰਨ। ਓਪਰਚੁਨਿਟੀਜ਼ ਜਿਹੜੀਆਂ ਬਹੁਤ ਜ਼ਰੂਰੀ ਨੇ, ਬੱਚੇ ਸਪੇਸ ਪ੍ਰੋਵਾਈਡ ਕਰੋ ਉਹਨੇ, ਉਹਨਾਂ ਦੇ ਜ਼ਰੂਰੀ ਨਹੀਂ ਹੁੰਦਾ ਇੱਕ ਬੱਚੇ ਨੂੰ ਹੁਣ ਇੱਕ ਬੱਚਾ ਡਾਂਸ ਵਿੱਚ ਬੈਟਰ ਹੋ ਸਕਦਾ ਹੈ ਜਾਂ ਮੈਥਸ ਵਿੱਚ, ਜ਼ਰੂਰੀ ਨਹੀਂ ਇੱਕੋ ਟਾਈਮ 'ਤੇ ਦੋਨਾਂ ਵਿੱਚ ਹੋਵੇ। ਤਾਂ ਉਹਨੂੰ ਉਹ ਚੀਜ਼ ਨੂੰ ਓਪਰਚੁਨਿਟੀਜ਼ ਦੇਣੀਆਂ ਜਿਸ ਵਿੱਚ ਉਹ ਬੈਟਰ ਹੈ। ਇਹ ਚੀਜ਼ ਚਾਈਲਡ ਸੈਂਟਰਡ ਐਜੂਕੇਸ਼ਨ ਜਾਂ ਮੀਨਿੰਗਫੁਲ ਲਰਨਿੰਗ ਦੇ ਵਿੱਚ ਆਉਂਦੀ ਹੈ, ਠੀਕ ਹੈ। when given opportunity learn effectively and when they feel that skills they have will lead to success। the ਉਹੀ skills ਫਿਰ ਅੱਗੇ ਉਹਨੂੰ successful ਭੇਜਣਗੇ। ਕਿ ਹਾਊ ਕੈਨ ਵੀ ਪ੍ਰੀਪੇਅਰ ਫॉर ਮੀਨਿੰਗਫੁਲ ਲਰਨਿੰਗ। ਕਹਿੰਦੇ ਪ੍ਰੀਪੇਅਰ ਕਿਵੇਂ ਕਰ ਸਕਦੇ ਹਾਂ, ਬਹੁਤ ਵੱਡਾ ਕੁਐਸਚਨ ਅਰਾਈਜ਼ ਹੁੰਦਾ ਹੈ। ਹੇਅਰ ਆਰ ਸਮ ਕੁਐਸਚਨਸ ਟੂ ਆਸਕ ਯੂਰਸੈਲਫ ਇਨ ਪ੍ਰੀਪੇਅਰਿੰਗ ਯੂਰ ਲੈਸਨ। ਕਹਿੰਦੇ ਲੈਸਨ ਪ੍ਰੀਪੇਅਰ ਕਰਨ ਵਾਸਤੇ ਕਿਹੜੇ ਕਿਹੜੇ ਕੁਐਸਚਨ ਅਰਾਈਜ਼ ਹੁੰਦੇ ਨੇ। ਫਸਟ ਵਨ ਇਜ਼ ਮੋਟੀਵੇਸ਼ਨ। ਟੀਚਰ ਨੂੰ ਖੁਦ ਨੂੰ ਮੋਟੀਵੇਟ ਹੋਣਾ ਪਊਗਾ ਕਿ ਹਾਂ ਮੈਂ ਪੜ੍ਹਾਉਣਾ। ਇਹ ਨਹੀਂ ਕਿ ਅੱਜ ਜੀ ਪ੍ਰੋਮਿਸ ਕੀਤਾ ਜੀ ਕੱਲ ਟੀਚਰ ਲੈਕਚਰ ਹੀ ਪ੍ਰੀਪੇਅਰ ਨਹੀਂ ਕਰਕੇ ਆਇਆ, ਉਹਨੇ ਬੱਚੇ ਦਾ ਹੁਣ ਕੀ ਕਹਿਣਗੇ, ਬੱਚੇ ਆਬਵੀਅਸ ਡੀਮੋਟੀਵੇਟ ਹੋਣਗੇ ਕਿ ਟੀਚਰ ਡਿਸਿਪਲਿਨ ਹੈ ਕਿ ਟੀਚਰ ਦੀ ਫਲੈਕਸ਼ਨ ਪੈਂਦੀ ਹੈ ਬੱਚੇ 'ਤੇ। ਤਾਂ ਮੋਟੀਵੇਸ਼ਨ ਬਹੁਤ ਜ਼ਰੂਰੀ ਹੈ ਕਿ ਟੌਪਿਕ ਕਿਹੜਾ ਮੀਨਿੰਗਫੁਲ ਇਹੋ ਜਿਹਾ ਟੌਪਿਕ ਲੱਭੋ ਕਿ ਆਈ ਕੈਚਿੰਗ ਹੋਵੇ, ਕਿ ਉਹਨੂੰ ਮੋਟੀਵੇਟ ਮਤਲਬ ਕਿ ਬੱਚੇ ਕਿਊਰੀਅਸ ਹੋਣ ਪੜ੍ਹਨ ਵਾਸਤੇ ਕਿ ਹਾਂ ਟੀਚਰ ਨੇ ਅਜੇ ਆਪਣਾ ਟੌਪਿਕ ਕਿਹਾ ਸੀ ਐਂਡ ਰੈਲੇਵੈਂਟ ਟੂ ਦ ਚਿਲਡਰਨ, ਕਿ ਇਹ ਢੁੱਕ ਨਾ ਹੋਵੇ ਬੱਚੇ ਦੇ ਕੋਲ ਸਮਝ 'ਚ ਵੀ ਆਵੇ। ਓਪਰਚੁਨਿਟੀਜ਼ ਮੌਕੇ ਆਰ ਦ ਓਪਰਚੁਨਿਟੀ ਸੁਟਡ ਟੂ ਡਿਵੈਲਪਮੈਂਟ ਲੈਵਲ ਆਫ ਚਿਲਡਰਨ। ਕਹਿੰਦੇ ਜਿਹੜੇ ਓਪਰਚੁਨਿਟੀਜ਼ ਦਊਗਾ, ਠੀਕ ਹੈ, ਜਿਹੜਾ ਮੈਂ ਲੈਕਚਰ ਤਿਆਰ ਕਰੂੰਗੀ ਕਿ ਓਪਰਚੁਨਿਟੀਜ਼ ਦਊਗਾ ਬੱਚੇ ਨੂੰ ਕਿ ਉਹਨਾਂ ਦੀ ਲੈਵਲ ਆਫ ਕੀ ਉਹਦੀ ਕਾਸਟ 'ਚ ਉਹਨਾਂ ਦੇ ਇਸ ਹੋ ਗਏ ਉਹ ਰੀਅਲ ਲਾਈਫ 'ਚ ਵੀ ਉਹਨੂੰ ਇੰਪਲੀਮੈਂਟ ਕਰਨੀ ਪਾਉਣਗੇ। ਐਗਜ਼ਾਮਪਲ ਦਾ ਟੌਪਿਕ ਟੂ ਹਾਰਡ ਔਰ ਟੂ ਈਜ਼ੀ ਫॉर ਮੈਨੀ ਆਫ ਦ ਚਿਲਡਰਨ। ਕਹਿੰਦੇ ਕਈਆਂ ਨਹੀਂ ਕਹਿਣਗੇ ਬਹੁਤ ਹੀ ਔਖਾ ਸੀ ਬਿਕੋਜ਼ ਉਹਨੂੰ ਪਹਿਲਾਂ ਕਿ ਇੰਡੀਵਿਜੂਅਲ ਡਿਫਰੈਂਸਿਸ ਹੁੰਦੇ ਨੇ। ਤਾਂ ਉਹ ਚੀਜ਼ਾਂ ਨੂੰ ਮਾਇਨੇ ਰੱਖ ਕੇ ਸੈਂਟਰ ਵਿੱਚ ਰੱਖ ਕੇ ਟੀਚਰ ਨੇ ਇਹ ਕੰਪਲੈਕਸ ਐਕਟੀਵਿਟੀ ਬਣ ਜਾਂਦੀ ਹੈ ਔਰ ਉਹਨੂੰ ਇਸ ਚੀਜ਼ ਲਈ ਉਹਨੂੰ ਪ੍ਰੀਪੇਅਰ ਕਰਨ ਵਾਸਤੇ ਇਸ ਫੋਲੋਇੰਗ ਸਟੈਪਸ ਦੀ ਲੋੜ ਹੁੰਦੀ ਹੈ। ਤਾਂ ਉਹ ਕੀ ਹੋਊਗਾ ਨੈਕਸਟ ਸਕਿੱਲਸ ਡੂ ਦ ਚਿਲਡਰਨ ਹੈਵ ਦ ਸਕਿੱਲਸ ਟੂ ਅਚੀਵ ਦ ਐਕਸਪੈਕਟਡ। ਹੁਣ ਫਿਰ ਕੁਐਸਚਨ ਅਰਾਈਜ਼ ਹੋਇਆ, ਉਹ ਕੁਐਸਚਨ ਅਰਾਈਜ਼ਿੰਗ ਕਰਨੀ ਬਹੁਤ ਜ਼ਰੂਰੀ ਹੈ ਮੋਟੀਵੇਟ ਕਰਨ ਹੋਣ ਵਾਸਤੇ। ਕਹਿੰਦੇ ਕੀ ਇਹ ਚਿਲਡਰਨ ਸਕਿੱਲਸ ਹੈ ਉਹਦੀ ਐਕਸਪੈਕਟਡ ਰਿਜ਼ਲਟ ਦੇਣਗੇ ਜੋ ਮੈਂ ਇਸ ਲੈਕਚਰ ਪ੍ਰੀਪੇਅਰ ਕਰਕੇ ਆਈ ਹਾਂ। ਫੀਡਬੈਕ ਬਹੁਤ ਜ਼ਰੂਰੀ ਹੈ। ਹੁਣ ਮੈਂ ਵੀ ਫੀਡਬੈਕ ਮੰਗਦੀ ਹੁੰਦੀ ਹਾਂ ਕਿ ਇੱਕ ਵਾਰੀ ਕਮੈਂਟਸ 'ਚ ਸ਼ੇਅਰ ਕਰੋ, ਤੁਹਾਨੂੰ ਕੋਈ ਪ੍ਰੋਬਲਮ ਹੈ ਐਨੀ ਕੁਐਸਚਨ ਐਨੀ ਕਿਊਰੀਜ਼, ਤਾਂ ਫਿਰ ਕੀ ਹੈ ਤੁਸੀਂ ਕਮੈਂਟਸ ਵਿੱਚ ਸ਼ੇਅਰ ਕਰੋਗੇ, ਲਾਈਕ ਦੱਸੋਗੇ ਮੈਨੂੰ ਆਪਣੀ ਕਿਊਰੀਜ਼। ਦੈਨ ਫੀਡਬੈਕ ਕੀ ਇਜ਼ ਅ ਟਾਈਪ ਆਫ ਅਸੈਸਮੈਂਟ ਐਂਡ ਫੀਡਬੈਕ ਗਿਵਨ ਟੂ ਦ ਚਿਲਡਰਨ डिजाइन टू इंक्रीज मोटिवेशन टू कंटिन्यू रीडिंग। कहने मतलब कि मोटिवेशन की आगे भी पढ़ने नहीं कि आज चैप्टर का था बस नैक्सट वो मतलब क्यूरोसिटी बनी रहे, एक लिंक बनया रहे बच्चे टीचर का स्टूडेंट के नाल। वट इज़ लर्निंग फ्रेंडली की है मीनिंगफुल लर्निंग पार्टी। नैक्सट लर्निंग फ्रेंडली की होंगी है मैनी स्कूल आर वर्किंग टू बिकम चाइल्ड फ्रेंडली। कहते बहुत सारे स्कूल चाइल्ड फ्रेंडली वास्ते काम कर रहे हैं कि एजुकेशन चाइल्ड सेंटर्ड एजुकेशन होनी चाहिए है where children have the right to learn to their fullest potential। पहले ही पढ़ाया कि everything is safe and welcoming environment। The aim to improve every child participation and learning in school rather than concentrating on the subject matter and examinations। कहते सब सिर्फ सब्जेक्ट मैटर के एग्जाम देने ये वास्ते नहीं पढ़ना, ये वास्ते पढ़ना कि वो इंप्रूव कर सकन, चाइल्ड पार्टिसिपेट करन एंड लर्निंग सिर्फ मार्क्स वास्ते ना पढ़न, बच्चे इंटरस्ट नाल पढ़न चाहे 60% लैके आन बट वो बेस्ट हो rather than concentrating on subject matter and examination। इस ए ਨੂੰ ਛੱਡ ਕੇ being child friendly ਦਾ ਕੀ ਮਤਲਬ is very important। ਕਹਿੰਦੇ ਤਾਂ ਬਹੁਤ ਜ਼ਿਆਦਾ ਜ਼ਰੂਰੀ ਹੈ child friendly ਦਾ ਟੌਪਿਕ, ਹਰੇਕ ਨਾਲ ਲਿੰਕ ਹੋਏਗਾ ਹੀ ਹੋਏਗਾ point, but it is not complete। ਪਰ ਇਹ ਕੰਪਲੀਟ ਨਹੀਂ ਹੈ, ਇਹਨੂੰ ਕੰਪਲੀਟ ਕਿਹੜੀ ਚੀਜ਼ ਕਰਦੀ ਹੈ children come to school to learn but as teachers we are always learning too। ਕਹਿੰਦੇ ਬੱਚੇ ਤਾਂ ਪੜ੍ਹਨ ਆਉਂਦੇ ਹੀ ਆਉਂਦੇ ਆ ਸਕੂਲ 'ਚ, ਬਟ ਇੱਕ ਟੀਚਰ ਆਪਾਂ ਵੀ ਪੜ੍ਹਦੇ ਹਾਂ, ਠੀਕ ਹੈ ਨਾਲ। we are always learning too, we learn new things about the world to teach our students। ਕਹਿੰਦੇ ਆਪਾਂ ਨਵੀਂ ਚੀਜ਼ਾਂ ਸਿੱਖਦੇ ਹਾਂ ਵਰਲਡ ਦੇ ਵਿੱਚ ਆਪਣੇ ਬੱਚਿਆਂ ਨੂੰ ਸਿਖਾਉਣ ਵਾਸਤੇ ਆਪਾਂ ਨੂੰ ਖੁਦ ਨੂੰ ਐਕਸਪਲੋਰ ਕਰਨਾ ਪਏਗਾ ਪਹਿਲਾਂ। ਅ ਲਰਨਿੰਗ ਫਰੈਂਡਲੀ ਇਨਵਾਇਰਨਮੈਂਟ ਇਜ਼ ਚਾਈਲਡ ਫਰੈਂਡਲੀ ਐਂਡ ਟੀਚਰ ਫਰੈਂਡਲੀ। ਹੁਣ ਇਹ ਕੁਐਸਚਨ ਅਰਾਈਜ਼ ਹੁੰਦਾ ਕਹਿੰਦੇ ਲਰਨਿੰਗ ਫਰੈਂਡਲੀ ਐਕਚੁਅਲੀ ਹੁੰਦੀ ਕੀ ਹੈ, ਠੀਕ ਹੈ, ਇਨਵਾਇਰਨਮੈਂਟ ਕਿਹੜਾ ਹੁੰਦਾ ਜਿਹਦੇ ਵਿੱਚ ਚਾਈਲਡ ਫਰੈਂਡਲੀ ਬੋਥ ਆਣਗੇ। ਕਈ ਵਾਰ ਕੁਐਸਚਨ ਪੁੱਛਣਗੇ ਓਨਲੀ ਚਾਈਲਡ ਫਰੈਂਡਲੀ
ओनली टीचर फ्रेंडली या बोथ आ जाएंगे? तो आंसर इज बोथ, चाइल्ड फ्रेंडली एंड टीचर फ्रेंडली। नेक्स्ट, इट स्ट्रेसेस ऑन द importance of students and teachers learning together as a learning community। तो लर्निंग कम्युनिटी मैं पहले पढ़ा चुकी हूँ सारा, सेंटर लर्निंग के बारे ही दसा गया है, encouraging directive participation learning, it also fulfills our needs and interest as teacher so that we become capable of giving children the best education possible। कहते इसने कैपेबल बनाता बच्चों ਨੂੰ क्योंकि कहते इंटरस्ट ਤੇ ਨੀਡਸ ਦਾ ਪਤਾ ਲੱਗੇ जो टीचर ਨੂੰ, ਤਾਂ ਫਿਰ ਉਹ ਬੈਸਟ ਚਿਲਡਰਨ ਦੇ ਵਿੱਚ ਲੱਭਣ ਦੀ ਕੋਸ਼ਿਸ਼ ਕਰਦਾ ਹੈ, ਐਜੂਕੇਸ਼ਨ ਪ੍ਰੋਵਾਈਡ ਕਰਨ ਦੀ ਕੋਸ਼ਿਸ਼ ਕਰੂਗਾ। इट इज़ अ चाइल्ड हु हैज़ टू लर्न, कहते या तो लर्न चिल्ड्रन नहीं करना पड़ेगा ना, टीचर सिर्फ वो हेल्प कर सकता है, टीचर ओनली हेल्प्स हिम टू लर्न, देयरफॉर व्हाट द चाइल्ड हैज़ टू लर्न द टीचर इज ओनली हेल्पिंग इन लर्निंग दैट। हुन नेक्स्ट, इस्टैब्लिशमेंट ऑफ लर्निंग इन्वायरमेंट, एक फ्लो चार्ट के अकॉर्डिंग दसें किहड़े पॉइंट यूजफुल होंगे हैं लर्निंग इन्वायरमेंट इस्टैब्लिश होने वास्ते। फर्स्ट वन इज मेकिंग लर्निंग इंटरस्टिंग, लर्निंग इंटरस्टिंग क्यों बनाया जाएगा, अपना तो पहले स्टेप्स मोटिवेशन अपॉर्चुनिटी सब कुछ चाहिए, ठीक है। आप लर्निंग अकॉर्डिंगली इंडिविजुअल डिफरेंसिस, उस तरीके का ਆਪਾਂ ਨੂੰ ਲੈਸਨ ਪ੍ਰਪੇਅਰ ਕੀਤਾ ਜਾਵੇ ਕਿ ਹਰੇਕ ਬੱਚਾ ਉਹਨੂੰ ਵੀ ਹਾਂ ਕਿ ਵੈਦਰ ਇਟ ਇਜ਼ ਟੂ ਹਾਰਡ ਔਰ ਟੂ ਈਜ਼ੀ। स्टूडेंट्स फ्रेंडली क्लासरूम मैनेजमेंट, स्टूडेंट फ्रेंडली क्लासरूम मैनेजमेंट बहुत जरूरी है कि डेकोरम बना के रखना, पीयर्स में इस तरीके से मतलब इन्वायरमेंट रखना कि कोई किसी को मतलब कि ये डीमोटिवेट ना कर पाए। ऑल स्टूडेंट पार्टिसिपेशन, हर एक बच्चे की पार्टिसिपेशन बहुत जरूरी है। पॉजिटिव इंटरेक्शन बहुत जरूरी है, की पॉजिटिव स्टूडेंट मोटिवेशन इंटैक्ट। एंड लास्ट वन प्रैक्टिस एंड रिकैपिचुलेशन, हूँ लास्ट में ही कहनी होंगी हर एक लैक्चर फिनिश होने तो बाद कि प्रैक्टिस 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 एंड फिर उन्होंने दोबारा रिवाइज अगेन। अगे डेवलपमेंट ऑफ सेंस ऑफ मोरालिटी फ्रॉम इन्फेंसी टू एडल्टहुड, कहते हूँ पहले बड़ी मोरालिटी कितों स्टार्ट होंगी है, सेंस ऑफ मोरालिटी इन्फेंसी तो लैके एडल्टहुड तक, पर प्रोग्रेसिव फ्रॉम सेल्फ टू अदर। अपनी प्रोग्रेस किवें करदी है, पहले खुद नूं समझांगे आपां, फिर दैन आपां अगे ਉਹੀ ਵੀ ਉਹ ਐਜੂਕੇਸ਼ਨ ਹੀ ਬੈਸਟ ਐਜੂਕੇਸ਼ਨ ਹੈ ਜਿਹੜੀ ਅੱਗੇ ਜਾ ਕੇ ਆਪਾਂ ਕਿਸੇ ਹੋਰ ਨੂੰ ਵੀ ਦਿੰਦੇ ਹਾਂ, ਮਤਲਬ ਆਪਣੇ ਤੱਕ ਨਹੀਂ ਰੱਖਦੇ, ਵੀ ਆਰ ਗਿਵਰਸ ਟੂ, ਠੀਕ ਹੈ, ਗਿਵ ਦ ਨੌਲੇਜ। then what is moral behavior, question arises, ਕਹਿੰਦੇ moral behavior ਕੀ ਹੁੰਦਾ? it includes many concepts such as attitude of person, ਕਹਿੰਦੇ moral behavior ਆਪਾਂ ਕਿਵੇਂ ਜੱਜ ਕਰ ਸਕਦੇ, ਉਹ ਹੁੰਦਾ ਕੀ ਹੈ? ਕਹਿੰਦੇ ਇੱਕ ਤਾਂ attitude person ਦਾ ਆਪਾਂ ਪਹਿਲਾਂ ਹੀ ਜੱਜ ਕਰ ਲੈਂਦੇ, ਕਿਵੇਂ ਜੱਜ ਕਰਾਂ, ਇੰਟਰਵਿਊ ਦੇ ਵਿੱਚ ਕਿਵੇਂ ਕੋਈ ਜੱਜ ਕਰ ਲੈਂਦਾ, ਪਹਿਲਾਂ ਹੀ ਉਹਦੀ ਐਂਟਰੀ ਤੋਂ ਹੀ ਪਤਾ ਲੱਗ ਜਾਂਦਾ ਆਪਾਂ ਨੂੰ ਕਿ ਉਹਦੇ moral behaviors ਕਿੱਦਾਂ ਦੇ, ਬਿਕੋਜ਼ ਇੱਕ ਟੀਚਰ ਬਣਨਾ ਹੈ ਤੁਸੀਂ, ਹੁਣ ਕੋਈ ਵੀ ਇੰਟਰਵਿਊ 'ਚ ਜਾਓਗੇ ਤਾਂ ਤੁਹਾਡੇ ਇੰਟਰਵਿਊ ਦੇ ਵਿੱਚ ਇੱਕ ਪੈਨਲ ਬਿਠਾਣਗੇ, ਉਹਦੇ ਵਿੱਚ ਇਹੀ ਚੀਜ਼ਾਂ ਦਾ ਨੋਟ ਕਰਨਗੇ। वैल्यू ऑफ ए परसन बिलीव्स इन, कि वैल्यूज़ कि बिलीव करता है कि वो पॉजिटिव रहता है, कि पॉजिटिव वाइब्स ने वो, ठीक है, ऑनेस्टी है वो, एक्टिविटीज़ ऑफ परसन कि एक्टिविटीज़ किस किस चीज़ ट्रस्ट करता है, ये तो जरूर पूछेंगे वो थोड़ा कि एक्टिविटीज़ कि पार्टिसिपेट करना चाहोगे बच्चे, बिकॉज अगर खुद ही टीचर एक्टिव नहीं है तो फिर बच्चे की करूँगा। नैक्सट वन एजुकेशन मॉरल डिवेलपमेंट, कि पॉइंट्स आ गए, रोल ऑफ स्कूल द रोल, school helps the children to learn what is right and what is wrong, values are also taught by schools, क्या schools ही values सिखाते हैं, ये नहीं होता ਹੁਣ ਕੱਲੇ ਘਰ ਤਾਂ ਸਿਰਫ ਪੇਰੈਂਟਸ ਹੀ ਮਿਲੇ, ਜੇ ਸਕੂਲ 'ਚ ਜਾਂ ਪੀਅਰਸ ਮਿਲੇ, ਦੋਸਤਾਂ ਤੋਂ ਕਿਸੇ ਉਹਦੇ ਨਵੇਂ ਥਾਟਸ ਆਉਣੇ ਸ਼ੁਰੂ ਹੋ ਗਏ, ਨਹੀਂ ਮੈਂ ਇੱਥੇ ਗਲਤ ਹਾਂ ਜਾਂ ਮੈਂ ਇੱਥੇ ਰਾਈਟ ਹਾਂ, ਉਹ ਬੱਚੇ ਨਾਲ ਮੈਂ ਕਿੰਨਾ ਬੈਟਰ ਹਾਂ। ਕਈ ਵਾਰ ਇਹ ਹੁੰਦਾ ਨਾ ਕਿ ਹਾਂ ਉਹ ਬੱਚੇ ਨਾਲ ਮੇਰੇ 'ਚ ਬਹੁਤ ਅੱਛੇ ਥਾਟਸ ਦਿੱਤੇ, ਤਾਂ ਉਹਦੇ ਵਿੱਚ ਨਿਊ ਵੈਲਿਊਜ਼ ਰਾਈਟ ਔਰ ਰੋਂਗ ਬਾਰੇ ਪਤਾ ਲੱਗ ਜਾਂਦਾ ਉਹਨੂੰ। हाउ स्कूल्स ट्राई टू इनकलकेट मोर वैल्यूज एंड मोरालिटी, कहते स्कूल्स किवें हेल्प करता है। फर्स्ट वन इज बोर्ड डेकोरेशन, हम बोर्ड डेकोरेशन के विच न्यू ईवेंट्स की आ सकता है, बोर्ड डेकोरेशन न्यूज़ जिहड़ियां आपां डेली न्यूज़ जा रही है, करंट न्यूज़ लगा सकते हैं, ठीक है। मैगजीन्स आपां करके, फिर नैक्सट आपां थॉट ऑफ द डे, एनी फेमस पर्सनैलिटीज़ किसी बर्थडे है कुछ है, ठीक है, टीचर्स डे है, स्पैशल डे है, तो वो बारे डेकोरेशन मतलब की है कि हमेशा एक वैल्यूज जगा के रखने की, हाँ असं यूनिटी भी रहेंगे, ह्यूमैनिटी और एक टीचर मेनली, ठीक है, टीचर की होंगे कि स्कूल्स कि सब तो बड़ा बोर्ड डेकोरेशन बहुत बड़ी रोल प्ले करना। नैक्सट स्टोरी टैलिंग, स्टोरीज भी यहो जी सुनानिया, जिमें आप हूँ कुछ महान ऑथर फेमस ऑथर्स के बारे, ठीक है, फेमस फिलोसफर्स के बारे, फेमस टीचर्स जो रहे हैं, ठीक है, जिवें APJ अब्दुल कलाम जी रहे हैं, स्वामी विवेकानंद जी बारे दसना, तो वो किहड़ी वैल्यूज़ उन्होंने तां ही आउणगियां ना अगर उन्होंने दी वैल्यूज़ नूं दसांगे, ठीक है, तो उन्होंने भी वो मोटिवेट होंगे, उन्होंने बारे पढ़नगे बुक्स। वो मॉर्निंग असैंबली बहुत जरूरी है, मॉर्निंग असैंबली आप ग्रैटिट्यूड होना बहुत जरूरी है,
ਨਿਮਰਤਾ ਵੀ ਬਹੁਤ ਜ਼ਰੂਰੀ ਹੈ, ਰੱਬ ਦਾ ਨਾਮ ਲੈਣਾ, ਠੀਕ ਹੈ। ਦਾ ਪ੍ਰੋਬਲਮ ਲਾਈਜ਼ ਇਨ ਮੋਰਲ ਲਿਟਰੇਸੀ, ਕਹਿੰਦੇ ਸਭ ਤੋਂ ਵੱਡੀ ਲਿਟਰੇਸੀ ਤਾਂ ਮਤਲਬ ਪ੍ਰੋਬਲਮ ਕਿੱਥੇ ਲਾਈ ਕਰਦੀ ਹੈ, ਮੋਰਲ ਲਿਟਰੇਸੀ, ਕਿ ਆਪਾਂ ਕਿੰਨਾ ਸਿੱਖ ਕੀ ਰਹੇ ਹਾਂ, ਕਿ ਆਪਾਂ ਨੂੰ ਕਿੰਨੀ ਨੌਲੇਜ ਆ ਮੋਰਲ ਬਾਰੇ, ਠੀਕ ਹੈ। ਦੈਟ ਇਜ਼ ਇਟ ਇਜ਼ ਲਿਵਿੰਗ ਵਿਦ ਮੋਰਲਿਟੀ ਔਰ ਡੈਮੋਸਟ੍ਰੇਟਿੰਗ ਮੋਰਲ ਬਿਹੇਵੀਅਰ, ਕਿ ਜੀਣਾ ਸਿਧਾਂਤਕ ਵਿਕਾਸ ਵਿੱਚ ਹੀ ਜੀਣਾ, ਠੀਕ ਹੈ। नेक्स्ट इज मॉरल सेंसिटिविटी। मॉरल सेंसिटिविटी की है कि द फर्स्ट इंपॉर्टेंट कंपोनेंट ऑफ मॉरल फंक्शन, कहते फर्स्ट इंपॉर्टेंट कंपोनेंट है मॉरल फंक्शन। हाउ सेंसिटिव चिल्ड्रन आर अबाउट मॉरल वैल्यूज, कहते किन्ने सेंसिटिव ने बच्चे अपने मॉरल वैल्यूज प्रति। एवरीवन प्लेज ए रोल इन मॉरल सेंसिटिविटी, कहते हर एक बच्चा मॉरल सेंसिटिविटी रोल प्ले करता है। टीचर्स प्ले वाइटल रोल इन दिस रिगार्ड, सब तो बड़ा रोल है सेंसिटिविटी की, किन्ना सेंसिटिव है। कई बार उन्होंने लगता है, कई बार इन्ने सेंसिटिव होते बच्चे भी डरी जाएंगे छोटी छोटी चीज़ों तो, नहीं नहीं रब देख रहा, रब दे रहा, सही भी होंगे बट एवं ही लगता कि गलत आ, तो ये किदा रोल है उन्होंने सही या राइट बारे दसना, टीचर का प्ले वाइड रोल इन दिस रिगार्ड बिकॉज देयर एटीट्यूड बिहेवियर, कि हाँ उन्होंने कॉन्फिडेंस कौन लिया, टीचर मोटिवेट करने का दोनों ही, या मोटिवेट भी बन डीमोटिवेट, सब तो टीचर ही रोल प्ले करता, टीचिंग स्टाइल एक्सेट्रा दे हैव ए लास्टिंग इम्पैक्ट ऑन लर्नर्स। मॉरल जजमेंट, कोलबर्ग हैज डन सिग्निफिकेंट वर्क इन दिस फील्ड, बहुत ज़्यादा अच्छा काम किया गोल्डबर्ग ने एंड कॉल्ड ए मॉरल डायलेमा, पर मॉरल डायलेमा भी क्या है, मैं दसिया कि लिटरेसी होनी बहुत जरूरी है, इसलिए ये कई बार कन्फ्यूजन भी क्रिएट कर देती है। मोटिवेशन ऑफ मॉरलिटी, कोलबर्ग परस्पेक्टिव ऑफ मॉरल डेवलपमेंट, कहते मोटिवेशन ऑफ मॉरलिटी की है कोलबर्ग परस्पेक्टिव ऑफ मॉरल डेवलपमेंट के मोटिवेशन में कोलबर्ग मॉरल रीजनिंग इन्वॉल्व ओनली जस्टिस एंड डज नॉट गिव मच इंपॉर्टेंट टू लव एंड केयरिंग, कहते कि perspective की moral development है motivation से related कोलबर्ग का। कोलबर्ग ऐसी moral reasoning justice सच दे रस्ते ते ही चलना, यही दसदी कि आप कितनी इंपॉर्टेंस लव या केयरिंग ਨੂੰ ਦੇਣੀ, इमोशनल बॉन्डिंग के बारे कुछ नहीं, बस सच बारे राइट या रॉन्ग बारे दसी जा रहे हैं, वो जस्टिस बारे दसिया। नेक्स्ट एंड अदर एस्पेक्ट्स, द theory given by Kohlberg explain their specific kind of moral reasoning is used by a person at various stages, but there is a possibility that a person may use more than one kind of moral reasoning at a time, कहते ਉਹਦੀ ਥਿਊਰੀ ਕਿਉਂ ਦਾ ਕੋਲੋਂ ਨੇ ਕਿਹਾ ਸੀ, ਕਹਿੰਦੇ ਸਪੈਸਿਫਿਕ ਕਾਈਂਡ ਆਫ ਮੋਰਲ ਰੀਜ਼ਨਿੰਗ, ਇਹ ਕਹਿੰਦੇ ਆ ਪਰਸਨ ਐਟ ਵੇਰੀਅਸ ਸਟੇजेस, ਪਰ ਉਹ ਇੱਕ ਪੋਸੀਬਿਲਿਟੀ ਕਿ ਪਰਸਨ ਮੋਰ ਦੈਨ ਵਨ ਕਾਈਂਡ ਆਫ ਵੀ ਇੱਕ ਤੋਂ ਵੀ ਜ਼ਿਆਦਾ ਮੋਰਲ ਰੀਜ਼ਨਿੰਗ ਟਾਈਮ ਤੇ ਉਹ ਦੇ ਸਕਦਾ ਹੈ, ਠੀਕ है। विचार हो सकते हैं। मीनिंगफुल लर्निंग रिजेक्ट्स क्राइम, बहुत ही ये तो सीधी पता लग रहा है मीनिंगफुल ना भी मीनिंग बनना चाहिए, तो रट्टाफिकेशन तो बिल्कुल भी नहीं हैगी, तो रट्टाफिकेशन बिल्कुल निगलैक्ट कर देंगे रोट लर्निंग या क्रैमिंग। हुण कभी कि मीनिंगफुल लर्निंग इन्हां विचों मीनिंगफुल लर्निंग डेफिनेशन विच एक कई चीज़ रॉन्ग है, ठीक है, तो वो आ जाओ क्रैमिंग आ जाएगी, रिजेक्ट ही करना मतलब मीनिंगफुल लर्निंग इज नॉट ए क्रैमिंग, द आंसर इज क्रैमिंग। क्रैमिंग इज नॉट ट्रांसफरेबल बिकॉज तो एक बंदे तक ही रहेगी जिन्हें वो क्रैमिंग की होगी, वो ट्रांसफरेबल जो उस तरीके से समझा ही नहीं पाएगा। वेयर एज मीनिंगफुल लर्निंग इज ट्रांसफरेबल फ्रॉम वन सिचुएशन टू अनदर, पर जेड़ा रियल लाइफ के कंसैप्चुअल लॉजिक कंटेंट को लैके स्टडी की होएगी वो ट्रांसफरेबल है, बिकॉज हर एक सिचुएशन जो पढ़ा सकता है। ट्रांसफर ऑफ लर्निंग, वन द ऑब्जेक्टिव ऑफ एजुकेशन इज इट्स एप्लीकेबिलिटी, कि अप्लाई करना, ये नहीं नॉलेज अपने को ट्रांसफर करना मतलब यही है। टीचर शुड ऑलवेज ट्राई टू डील विद कंसैप्ट फ्रॉम प्रैक्टिकल आउटपुट, बाहर दी चीज़ों को लैके आना रादर दैन प्योरली थ्योरेटिकल, किताबां कीड़ा नहीं बनाना। हुण वाइगोस्की ने दिता सी सोशल डेवलप्स माइंड, वाइगोस्की का की कहना सी सोसाइटी साडे माइंड नूं डेवलप करती है। लर्निंग या सोशल एक्टिविटी, द बेस्ट वे टू लर्न समथिंग इज टू अंडरस्टैंड द टॉपिक इन द context in which it was developed. According to Vygotsky, children learn through social interaction and पार्टिसिपेशन। वाइगोस्की ने की किया सी सोशल इंटरेक्शन ते पार्टिसिपेशन तो सीखता है बच्चा, ठीक है। तो एक देखने वाला कहना कि सोसाइटी बच्चे का माइंड डेवलप करती है। ओके, दैट्स ऑल अबाउट द टॉपिक मॉरल डेवलपमेंट, मोस्ट इंपॉर्टेंट टॉपिक। जिन्हें भी पियाजे कोलबर्ग जिन्हें भी साइकोलॉजिस्ट होए ने वाइगोस्की, ये सारे बहुत ज़्यादा इंपॉर्टेंट है, मैं पहला भी जिम्मे करवा चुकी हैं। IQs ਦੇ ਵਿੱਚ ਸਟਰਨਬਰਗ ਹੋ ਗਏ, ये सारे बहुत ज़्यादा इंपॉर्टेंट क्वेश्चन पक्का हो गया ना, चंगे तरीके नाल पढ़ना। ओके, थैंक्स।